ਸਾਡੇ ਸਰੀਰਕ ਪਿਤਾ ਅਬਰਾਹਮ ਨੂੰ ਕੀ ਲੱਭਿਆ। ਪੌਲਸ ਰਸੂਲ ਆਪਣੇ ਵਿਸ਼ਵਾਸੀ ਜਨਾਂ ਨੂੰ, ਜਿਹੜੇ ਰੋਮ ਦੇ ਵਿੱਚ ਨੇ, ਜਿਹੜੇ ਯਹੂਦੀ ਨੇ, ਪਰਾਈ ਕੌਮ ਦੇ ਲੋਕ ਨਹੀਂ, ਕਿਹੜੇ ਲੋਕ? ਯਹੂਦੀ ਲੋਕ। ਯਹੂਦੀ ਲੋਕ ਇਹ ਗੱਲ ਸਮਝ ਸਕਦੇ ਆ ਕਿ ਅਬਰਾਹਮ ਕੌਣ ਹੈ। ਪਰਾਈ ਕੌਮ ਦੇ ਲੋਕਾਂ ਨੂੰ ਉਸ ਸਮੇਂ ਅਸੀਂ ਕਹਿ ਸਕਦੇ ਹਾਂ, ਸਮਝ ਨਹੀਂ ਹੋ ਸਕਦੀ ਕਿ ਅਬਰਾਹਮ ਦਾ ਉਹਨਾਂ ਦੇ ਨਾਲ ਕੀ ਲੈਣਾ ਦੇਣਾ। ਯਹੂਦੀ ਲੋਕਾਂ ਦੇ ਨਾਲ ਹੀ ਅਬਰਾਹਮ ਦਾ ਲੈਣਾ ਦੇਣਾ ਸੀ, ਕਿਉਂਕਿ ਜਿਹੜੇ ਯਹੂਦੀ ਲੋਕ ਸੀਗੇ ਉਹ ਅਬਰਾਹਮ ਉਹਨਾਂ ਦਾ ਜਿਹੜਾ ਸੀ, ਅਸੀਂ ਕਹਿ ਸਕਦੇ ਹਾਂ ਮੁੱਢ ਸੀਗਾ। ਕੀ ਸੀਗਾ ਉਹਨਾਂ ਦਾ? ਮੁੱਢ ਮਤਲਬ ਉਹਨਾਂ ਦਾ ਬਜ਼ੁਰਗਾਂ ਦਾ ਬਜ਼ੁਰਗ ਜਿਹੜਾ ਸੀਗਾ ਉਹ ਅਬਰਾਹਮ ਸੀ। ਅਬਰਾਹਮ ਤੋਂ ਉਹਦੀ ਸੰਤਾਨ ਜਿਹੜੀ ਹੈ ਯਹੂਦੀ ਇਜ਼ਰਾइल ਲੋਕ ਹੈ, ਔਰ अन्य ਜਾਤੀਆਂ ਨਾਲ ਵੀ ਲੈਣਾ ਦੇਣਾ, ਲੇਕਿਨ ਜ਼ਿਆਦਾਤਰ ਜਿਹੜਾ ਹੈ ਇਹਨਾਂ ਦਾ ਸੰਬੰਧ ਯਹੂਦੀ ਲੋਕਾਂ ਦਾ ਸੀ। ਔਰ ਯਹੂਦੀ ਲੋਕਾਂ ਦੇ ਨਾਲ ਜਦੋਂ ਗੱਲ ਕਰੀ, ਕਰਮ ਕਾਂਡਾਂ ਦੇ ਨਾਲ ਬਚੇ ਹਾਂ ਅਸੀਂ, ਵਿਵਸਥਾ ਪਾਈ ਹੈ, ਸਾਡੇ ਕੋਲ ਨਿਯਮ ਹੈ, ਸਾਡੇ ਕੋਲ ਸਾਰਾ ਕੁਛ। ਅਸੀਂ 3 ਅਧਿਆਇ 'ਚ ਸਿੱਖਿਆ ਸੀ ਨਾ, ਕਹਿੰਦਾ ਵੀ ਸਾਡੇ ਕੋਲ ਕੀ ਹੈ, 2 ਤੇ 3 ਅਧਿਆਇ 'ਚ ਸਾਡੇ ਤੋਂ ਨਿਯਮ ਹੈ। ਅਸੀਂ ਪਰਮੇਸ਼ਰ ਨੂੰ ਜਾਣਦੇ ਹਾਂ, ਅਸੀਂ ਪਰਮੇਸ਼ਰ ਦੀ ਇੱਛਾ ਜਾਣਦੇ ਹਾਂ, ਅਸੀਂ ਪਰਮੇਸ਼ਰ ਦੇ ਵਚਨ ਦੀ ਸਿੱਖਿਆ ਪਾਈ ਹੈ, ਵਗੈਰਾ ਵਗੈਰਾ ਜੋ ਗੱਲਾਂ ਸਿੱਖੀਆਂ ਸੀ। ਔਰ ਜਦੋਂ 3 ਅਧਿਆਇ ਦੇ ਵਿੱਚ ਆਉਂਦਾ, ਪੌਲਸ ਕਹਿੰਦਾ ਵੀ ਤੁਹਾਡੇ ਚੋਂ ਕੌਣ ਧਰਮੀ ਹੈ। ਪਰਮੇਸ਼ਰ ਦਾ ਵਚਨ ਕਹਿੰਦਾ ਕੋਈ ਵੀ ਧਰਮੀ ਨਹੀਂ, ਨਾ ਯਹੂਦੀ ਨਾ ਜਨਾਨੀ, ਸਾਰੇ ਦੇ ਸਾਰੇ ਪਰਮੇਸ਼ਰ ਦੀ ਨਜ਼ਰ ਦੇ ਵਿੱਚ ਕੀ ਹੈ? ਪਾਪੀ। ਉਹਨੇ ਆਖਿਆ ਯਹੂਦੀ ਉਹ ਹੈ ਜਿਹਦੀ ਦਿਲ ਤੋਂ ਸੁੰਨਤ ਹੋਵੇ, ਅਤੇ ਯਹੂਦੀ ਉਹ ਹੈ ਜਿਹੜਾ ਪਰਮੇਸ਼ਰ ਦੇ ਵਚਨ ਦਾ ਪਾਲਣ ਕਰਦਾ ਹੋਵੇ, ਅਤੇ ਸੱਚਾ ਯਹੂਦੀ ਉਹ ਹੈ ਜਿਹੜਾ ਸੱਚਾ ਪਰਮੇਸ਼ਰ ਉੱਤੇ ਕੀ ਕਰਦਾ ਹੈ? ਵਿਸ਼ਵਾਸ ਕਰਦਾ। ਅਤੇ ਕਹਿੰਦਾ ਨਿਰਚਾ ਦੇ ਵਾਜੋਂ, ਕਹਿੰਦਾ ਇਸ ਲਈ ਮਨੁੱਖ ਸ਼ਰ੍ਹਾ ਦੇ ਕਰਮਾਂ ਦੇ ਵਾਜੋਂ ਨਿਰਚਾ ਨਾਲ ਹੀ ਧਰਮੀ ਠਹਿਰਾਇਆ ਜਾਂਦਾ ਹੈ। ਅਸੀਂ ਇਸ ਜਗ੍ਹਾ ਤੇ ਜਦੋਂ 4 ਅਧਿਆਇ ਚ ਆਉਂਦੇ ਹਾਂ ਤੇ ਪੌਲਸ ਰਸੂਲ ਇੱਕ ਗੱਲ ਛੇੜਦਾ ਹੈ ਕਿ ਵਿਸ਼ਵਾਸ ਦੇ ਦੁਆਰਾ ਹੀ ਧਾਰਮਿਕਤਾ ਹੈ। ਕਿਹਦੇ ਦੁਆਰਾ ਧਾਰਮਿਕਤਾ ਹੈ? ਵਿਸ਼ਵਾਸ ਦੇ ਦੁਆਰਾ ਧਾਰਮਿਕਤਾ ਹੈ। ਉਹ ਹੁਣ ਇੱਕ ਆਪਣੇ ਪੁਰਖ ਜਿਹੜਾ ਉਹਨਾਂ ਦਾ ਬਜ਼ੁਰਗ ਹੈ ਇਬਰਾਹਿਮ, ਉਹਨੂੰ ਫੜਦਾ ਹੈ। ਕਹਿੰਦਾ ਫਿਰ ਅਸੀਂ ਕੀ ਆਖੀ, ਜੋ ਸਾਡੇ ਸਰੀਰਕ ਪਿਤਾ ਨੂੰ ਕੀ ਲੱਭਿਆ? ਕਿਉਂਕਿ ਜੇ ਅਬਰਾਹਮ ਕਰਨੀਆਂ ਕਰਕੇ ਧਰਮੀ ਠਹਿਰਾਇਆ ਗਿਆ ਤਾਂ ਉਹਨੂੰ ਘਮੰਡ ਕਰਨ ਦਾ ਥਾਂ ਹੈ, ਪਰ ਪਰਮੇਸ਼ਰ ਦੇ ਅੱਗੇ ਨਹੀਂ। ਕੀ ਕਹਿੰਦਾ ਹੈ ਕਿ ਅਬਰਾਹਮ ਜੇ ਕਰਨੀਆਂ ਕਰਕੇ ਕੀ ਠਹਿਰਾਇਆ? ਧਰਮੀ ਠਹਿਰਾਇਆ ਹੁੰਦਾ। ਜੇ ਪਰਮੇਸ਼ਰ ਕਹਿੰਦਾ ਅਬਰਾਹਮ ਤੂੰ ਤਾਂ ਬੜਾ ਚੰਗਾ ਆ, ਤੇਰੇ ਕੰਮ ਬੜੇ ਚੰਗੇ ਐ, ਤੇਰੇ ਕੰਮ ਮੈਨੂੰ ਸਾਰੇ ਭਾਉਂਦੇ ਐ, ਇਸ ਕਰਕੇ ਤੇਰੇ ਵਿੱਚ ਕੋਈ ਔਗਣ ਨਹੀਂ, ਤੇਰੇ ਵਿੱਚ ਕੋਈ ਬਦੀ ਨਹੀਂ ਹੈਗੀ, ਤੂੰ ਬਹੁਤ ਹੀ ਪਵਿੱਤਰ ਤੇ ਸ਼ੁੱਧ ਹੈ, ਇਸ ਲਈ ਮੈਂ ਤੈਨੂੰ ਕੀ ਠਹਿਰਾਉਣਾ ਆ? ਧਰਮੀ। ਤਾਂ ਅਬਰਾਹਮ ਘਮੰਡ ਕਰਦਾ। ਅਬਰਾਹਮ ਕਹਿੰਦਾ ਕਿ ਪਰਮੇਸ਼ਰ ਨੇ ਸੋੜੀ ਮੈਨੂੰ ਧਰਮੀ ਠਹਿਰਾਇਆ, ਮੈਂ ਤਾਂ ਆਪਣੇ ਕੰਮਾਂ ਦੁਆਰਾ ਕੀ ਠਹਿਰਿਆ? ਧਰਮੀ ਠਹਿਰਾ ਰਿਹਾ। ਔਰ ਇੱਥੇ ਇਹੀ ਗੱਲ ਚੱਲਦੀ ਹੈ, ਕਿਉਂਕਿ ਜੇ ਅਬਰਾਹਮ ਕਰਨੀਆਂ ਕਰਕੇ ਧਰਮੀ ਠਹਿਰਾਇਆ ਗਿਆ ਤਾਂ ਉਹ ਨੂੰ ਘਮੰਡ ਦਾ ਥਾਂ ਆ, ਤਾਂ ਉਹ ਪਰਮੇਸ਼ਰ ਦੇ ਅੱਗੇ ਕੀ ਕਰ ਸਕਦਾ ਆ? ਇਸੇ ਕਰਕੇ ਬਾਈਬਲ ਕਹਿੰਦੀ ਹੈ ਕਿ ਕੋਈ ਧਰਮੀ ਨਹੀਂ ਉਹਦੀ ਨਜ਼ਰ 'ਚ। ਧਰਮੀ ਤੋਂ ਮਤਲਬ ਅਸੀਂ ਕੀ ਕਹਿੰਦੇ ਆ? ਵੀ ਉਹਦੀ ਨਜ਼ਰ 'ਚ ਕੋਈ ਨਿਰਦੋਸ਼ ਜਨ ਨਹੀਂ ਹੈਗਾ, ਕੋਈ ਪਵਿੱਤਰ ਪੁਰਖ ਨਹੀਂ ਇਸ ਧਰਤੀ ਦੇ ਉੱਤੇ ਹੋਇਆ ਕੋਈ, ਸਿਵਾਏ ਪ੍ਰਭੂ ਯਿਸੂ ਮਸੀਹ ਤੋਂ। ਧਾਰਮਿਕਤਾ ਜਿਹੜੀ ਹੈ ਮਨੁੱਖ ਨੂੰ ਕਰਮਾਂ ਦੇ ਦੁਆਰਾ ਨਹੀਂ ਮਿਲੀ। ਧਾਰਮਿਕਤਾ ਜਿਹੜੀ ਹੈ ਪੌਲਸ ਰਸੂਲ ਰੋਮ ਦੇ ਵਿਸ਼ਵਾਸੀ ਭੈਣ ਭਰਾਵਾਂ ਨੂੰ ਸਮਝਾਉਣਾ ਚਾਹੁੰਦਾ ਕਿ ਜੇ ਸਾਡਾ ਪਿਤਾ ਅਬਰਾਹਮ ਧਰਮੀ ਆਪਣੇ ਕੰਮਾਂ ਦੁਆਰਾ ਠਹਿਰਾਇਆ ਹੁੰਦਾ ਤਾਂ ਉਹ ਘਮੰਡ ਕਰਦਾ, ਪਰ ਫਿਰ ਵੀ ਕਹਿੰਦਾ ਉਹਨੂੰ ਪਰਮੇਸ਼ਰ ਦੇ ਅੱਗੇ ਕੀ ਨਹੀਂ ਹੈਗਾ? ਘਮੰਡ ਕਰਨ ਦੀ ਕੋਈ ਥਾਂ ਨਹੀਂ ਹੈਗੀ। ਭਾਵੇਂ ਉਹ ਸਰੀਰਕ ਰੀਤੀ ਨਾਲ ਠਹਿਰਾਇਆ ਵੀ ਜਾਂਦਾ, ਫਿਰ ਵੀ ਉਹ ਪਰਮੇਸ਼ਰ ਦੇ ਅੱਗੇ ਉਹਨੂੰ ਘਮੰਡ ਕਰਨ ਦੀ ਕੀ ਨਹੀਂ ਹੈਗੀ, ਕਿਉਂਕਿ ਸਾਰੇ ਪਰਮੇਸ਼ਰ ਦੀ ਨਜ਼ਰ 'ਚ ਕੀ ਦੱਸੇ ਆ? ਪਾਪੀ। ਅਬਰਾਹਮ ਕੀ ਸੀਗਾ? ਪਾਪੀ। ਅਬਰਾਹਮ ਕੀ ਸੀਗਾ? ਇੱਕ ਬੁੱਤ ਪ੍ਰਸਤੀ ਕਰਨ ਵਾਲੇ ਪਰਿਵਾਰ ਵਿੱਚੋਂ ਨਿਕਲਿਆ। ਅਬਰਾਹਮ ਦੇ ਦਾਦੇ ਪੜਦਾਦੇ ਜਿਹੜੇ ਦੇ ਪਿਤਾ ਆ ਉਹ ਕੀ ਕੰਮ ਕਰਦੇ ਸੀ? ਬੁੱਤ ਬਣਾਉਂਦੇ ਸੀਗੇ। ਔਰ ਇਸ ਜਗ੍ਹਾ ਦੇ ਉੱਤੇ ਅਸੀਂ ਦੇਖਦੇ ਹਾਂ ਕਿ ਉਹਨਾਂ ਦਾ ਕੰਮ, ਉਹ ਤੁਸੀਂ ਅੱਗੇ ਪੜ੍ਹ ਸਕਦੇ ਹੋ, ਉਤਪੱਤੀ 'ਚ ਇਹ ਗੱਲਾਂ ਲਿਖੀਆਂ ਨਿਯਮ ਹੈ। ਉਹ ਕੀ ਕਹਿੰਦਾ ਅਬਰਾਹਮ ਦੇ ਬਾਰੇ ਕਿ ਅਬਰਾਹਮ ਨੇ ਕੀ ਕੀਤਾ? ਵਿਸ਼ਵਾਸ ਕੀਤਾ। ਇਹ ਉਹਦੇ ਲਈ ਕੀ ਗਿਣਿਆ ਗਿਆ? ਧਰਮ ਗਿਣਿਆ ਗਿਆ। ਪੜ੍ਹੀਏ 15 ਦਾ 6 ਵਚਨ ਕੀ ਕਹਿੰਦਾ ਹੈ? ਉਤਪੱਤੀ 15 ਦਾ 6 ਵਚਨ। ਉਤਪਤ 15 ਦਾ 6 ਵਚਨ ਦੇਖੀਏ ਜਲਦੀ ਜਲਦੀ। ਪਰਮੇਸ਼ਰ ਦਾ ਵਚਨ ਕੀ ਕਹਿੰਦਾ ਹੈ?
ਕੁਝ ਗੱਲਾਂ ਆਪਾਂ ਸਿੱਖਣੀਆਂ ਫਿਰ ਆਪਾਂ ਉਸਨੇ ਯਹੋਵਾ ਦੀ ਪ੍ਰਤੀਤ ਕੀਤੀ ਅਤੇ ਉਸਨੇ ਉਹਦੇ ਲਈ ਇਸ ਗੱਲ ਨੂੰ ਧਰਮ ਗਿਣਿਆ। ਹਾਂ, ਕੀ ਕਹਿੰਦਾ ਆ? ਉਸਨੇ ਪਰਮੇਸ਼ਰ ਦੀ ਪ੍ਰਤੀਤ ਕੀਤੀ ਅਤੇ ਇਹ ਗੱਲ ਉਹਦੇ ਲਈ ਕੀ ਗਿਣੀ ਗਈ? ਕਿਸ ਗੱਲ ਦੀ ਉਹਨੇ ਪ੍ਰਤੀਤ ਕੀਤੀ? ਕਿਸ ਗੱਲ ਦੀ? ਯਹੋਵਾ ਦੀ। ਹਾਂਜੀ, ਜਦੋਂ ਤੁਸੀਂ 15 ਅਧਿਆਇ ਉਤਪਤੀ ਦੀ ਪੜ੍ਹਦੇ ਆ ਉਸ ਜਗ੍ਹਾ ਦੇ ਉੱਤੇ ਅਸੀਂ ਲਿਖਿਆ 15 ਦੇ ਕਿੰਨਾ ਵਚਨ ਪੜਿਆ ਤੁਸੀਂ? 6 ਵਚਨ। ਤਾਂ ਉਹਦੇ ਵਿੱਚ ਕੀ ਲਿਖਿਆ ਆ? ਉਸਨੇ ਜਦੋਂ ਪਰਮੇਸ਼ਰ ਨੇ ਉਹਨੂੰ ਆਖਿਆ ਕਿ ਦੇਖ ਮੈਂ ਤੇਰੀ ਅੰਸ਼ ਨੂੰ ਕੀ ਕਰਾਂਗਾ? ਆਕਾਸ਼ ਦੇ ਤਾਰਿਆਂ ਜਿੰਨੇ ਵਧਾ ਦਿਆਂਗਾ ਅਤੇ ਸਮੁੰਦਰ ਦੀ ਰੇਤ ਦੇ ਕੰਢੇ ਜਿਵੇਂ ਕੰਢੇ ਤੇ ਰੇਤ ਹੁੰਦੀ ਉਵੇਂ ਤੇਰੇ ਬੱਚੇ ਹੋਣਗੇ। ਤਾਂ ਅਬਰਾਹਮ ਨੇ ਇਸ ਗੱਲ ਦਾ ਕੀ ਕੀਤਾ? ਅਬਰਾਹਮ ਦੇ ਤਾਂ ਹਲੇ ਕੋਈ ਬੱਚਾ ਵੀ ਨਹੀਂ ਸੀਗਾ ਉਹਦੇ। ਅਬਰਾਹਮ ਦੇ ਕੋਈ ਔਲਾਦ ਨਹੀਂ ਸੀ ਉਸ ਸਮੇਂ ਜਦੋਂ ਪਰਮੇਸ਼ਰ ਨੇ ਉਹਦੇ ਨਾਲ ਕੀ ਕੀਤੀ? ਗੱਲ ਕੀਤੀ। ਜਦੋਂ ਪਰਮੇਸ਼ਰ ਨੇ ਉਸ ਨਾਲ ਗੱਲ ਕੀਤੀ, ਪਰਮੇਸ਼ਰ ਨੇ ਉਹਨੂੰ ਆਖਿਆ ਅਬਰਾਹਮ ਮੈਂ ਤੈਨੂੰ ਅੰਸ਼ ਦਿਆਂਗਾ ਅਤੇ ਤੈਨੂੰ ਜਿਹੜੀ ਅੰਸ਼ ਦਿਆਂਗਾ ਉਹਦੀ ਗਿਣਤੀ ਆਕਾਸ਼ ਦੇ ਜੇ ਕੋਈ ਤਾਰੇ ਗਿਣ ਲੈ ਤਾਂ ਤੇਰੇ ਬੱਚਿਆਂ ਨੂੰ ਕੋਈ ਗਿਣ ਸਕਦਾ ਹੈ। ਕਿੱਥੇ ਲਿਖਿਆ ਆ? 5 ਦਾ ਅਸੀਂ ਦੇਖਦੇ ਹਾਂ 15 ਦਾ 5 ਚ ਕਹਿੰਦਾ ਆ ਕਿ ਵਾਰਸ ਤਾਂ ਤੇਰੀ ਤੁਖਮੋਂ ਨਿਕਲੇਗਾ। ਤਾਂ ਉਹ ਉਸ ਨੂੰ ਬਾਹਰ ਲੈ ਗਿਆ ਤੇ ਆਖਿਆ ਆਕਾਸ਼ ਵੱਲ ਨਿਗਾਹ ਮਾਰ ਕੇ ਤੇ ਤਾਰੇ ਗਿਣ ਤਾਂ ਜਰਾ। ਪਰਮੇਸ਼ਰ ਨੇ ਅਬਰਾਹਮ ਨੂੰ ਕੀ ਆਖਿਆ? ਆਕਾਸ਼ ਵੱਲ ਨੂੰ ਨਿਗਾਹ ਮਾਰ ਕੇ ਗਿਣ। ਤਾਂ ਅਬਰਾਹਮ ਕੀ ਬੋਲਿਆ? ਪਰਮੇਸ਼ਰ ਉਹਨੂੰ ਕਹਿੰਦਾ ਜੇ ਤੂੰ ਉਹਨਾਂ ਨੂੰ ਗਿਣ ਸਕੇ ਤਾਂ ਫਿਰ ਉਸਨੇ ਉਹਨੂੰ ਆਖਿਆ ਇੰਨੀ ਹੀ ਤੇਰੀ ਅੰਸ਼ ਹੋਵੇਗੀ। ਪਰਮੇਸ਼ਰ ਨੇ ਅਬਰਾਹਮ ਨੂੰ ਇੱਕ ਬਹੁਤ ਵੱਡਾ ਵਾਅਦਾ ਦਿੱਤਾ ਔਰ ਪਰਮੇਸ਼ਰ ਨੇ ਆਖਿਆ ਬੇਟਾ ਮੈਂ ਤੈਨੂੰ ਇਹ ਪ੍ਰੋਮਿਸ ਕਰਦਾ ਜਿਵੇਂ ਆਕਾਸ਼ ਦੇ ਤਾਰੇ ਜੇ ਕੋ ਗਿਣ ਸਕੇ ਤਾਂ ਤਿਵੇਂ ਤੇਰੀ ਇਸ ਤੋਂ ਜ਼ਿਆਦਾ ਕੀ ਹੋਏਗੀ। ਉਸਨੇ ਯਹੋਵਾ ਦੀ ਪ੍ਰਤੀਤ ਕੀਤੀ ਅਤੇ ਉਸਨੇ ਉਹਦੇ ਲਈ ਇਸ ਗੱਲ ਨੂੰ ਧਰਮ ਗਿਣਿਆ। ਹੁਣ ਇਹਦੇ ਵਿੱਚ ਅਬਰਾਹਮ ਦਾ ਕੀ ਜ਼ੋਰ ਲੱਗਾ? ਇਹਦੇ ਵਿੱਚ ਅਬਰਾਹਮ ਨੇ ਕਿਹੜਾ ਕੋਈ ਕਰਮ ਕੀਤਾ? ਇੱਥੇ ਕੋਈ ਕਰਮ ਨਹੀਂ ਆਉਂਦਾ ਉਹਦਾ। ਉਹਨੇ ਕੋਈ ਕੰਮ ਨਹੀਂ ਕੀਤਾ। ਸਮਝ ਲੱਗ ਰਹੀ ਹੈ ਤੁਹਾਨੂੰ? ਅਬਰਾਹਮ ਨੇ ਕੋਈ ਕੀ ਨਹੀਂ ਕੀਤਾ? ਪਰਮੇਸ਼ਰ ਦੀ ਕਹੀ ਹੋਈ ਗੱਲ ਤੇ ਕੀ ਕੀਤਾ ਉਹਨੇ? ਇਹੀ ਉਹਦੀ ਧਾਰਮਿਕਤਾ ਹੈ। ਅਬਰਾਹਮ ਨੇ ਧਾਰਮਿਕਤਾ ਜਿਹੜੀ ਹੈ ਆਪਣੇ ਕਰਮਾਂ ਨਾਲ ਨਹੀਂ ਖੱਟੀ, ਪਰਮੇਸ਼ਰ ਦੇ ਵਚਨ ਦੇ ਉੱਤੇ ਯਕੀਨ ਕਰਕੇ ਉਹਨੇ ਧਾਰਮਿਕਤਾ ਨੂੰ ਕੀ ਕੀਤਾ? ਹਾਸਲ ਕੀਤਾ। ਔਰ ਜਿਹੜੇ ਯਹੂਦੀ ਲੋਕ ਸੀ ਉਹ ਕਹਿੰਦੇ ਤੁਸੀਂ ਉਦ ਤੱਕ ਧਾਰਮੀ ਨਹੀਂ ਠਹਿਰਨਾ ਜਦ ਤੱਕ ਤੁਸੀਂ ਵਿਵਸਥਾ ਦੀਆਂ ਗੱਲਾਂ ਦਾ ਕੀ ਨਹੀਂ ਕਰਦੇ? ਪਾਲਣ ਨਹੀਂ ਕਰਦੇ। ਤੁਸੀਂ ਨਹੀਂ ਬਚਾਏ ਜਾਣਾ। ਔਰ ਪਰਮੇਸ਼ਰ ਦਾ ਵਚਨ ਕਹਿੰਦਾ ਹੈ ਕਿ ਮਨੁੱਖ ਵਿਵਸਥਾ ਦੇ ਦੁਆਰਾ ਨਹੀਂ ਪਰਮੇਸ਼ਰ ਦੇ ਪੁੱਤਰ ਯਿਸੂ ਤੇ ਨੇਚਾ ਕਰਨ ਦੇ ਦੁਆਰਾ ਕੀ ਠਹਿਰਾਇਆ ਜਾਂਦਾ ਆ? ਧਰਮੀ ਠਹਿਰਾਇਆ ਜਾਂਦਾ ਹੈ। ਤਾਂ ਅਸੀਂ ਇਸ ਜਗ੍ਹਾ ਦੇ ਉੱਤੇ ਦੇਖਦੇ ਹਾਂ। ਮੈਂ ਆਪ ਦੇ ਨਾਲ ਪੜ੍ਹ ਰਿਹਾ ਸੀ ਕਿ ਅਬਰਾਹਮ ਨੂੰ ਪਰਮੇਸ਼ਰ ਦੇ ਅੱਗੇ ਕੀ ਸੀਗਾ? ਫਿਰ ਘਮੰਡ ਕਰਨ ਦਾ ਕੀ ਸੀਗਾ? ਥਾਂ ਸੀਗਾ। ਬਚਨ 9 ਪੜ੍ਹੀਏ 4 ਦਾ 9 ਰੋਮੀਆਂ 4 ਦਾ 9। ਉਪਰੰਤ ਇਹ ਧਨ ਹੋਣਾ ਕੀ ਸੁਨਤੀਆਂ ਦੇ ਲਈ ਅਥਵਾ ਅਸੁਨਤੀਆਂ ਦੇ ਲਈ ਵੀ ਹੈ ਕਿਉਂ ਜੋ ਅਸੀਂ ਆਖਦੇ ਹਾਂ ਕਿ ਅਬਰਾਹਮ ਦੇ ਲਈ ਉਹਦੀ ਨੇਚਾ ਧਰਮ ਗਿਣੀ ਗਈ। ਪੜ੍ਹੀਏ 10 ਵਚਨ। ਫਿਰ ਕਿਹੜੇ ਹਾਲ ਵਿੱਚ ਗਿਣੀ ਗਈ ਸੀ? ਜਦੋਂ ਸੁਨਤੀ ਸੀ ਅਥਵਾ ਅਸੁਨਤੀ ਸੀ? ਸੁਨਤ ਦੇ ਹਾਲ ਵਿੱਚ ਤਾਂ ਨਹੀਂ ਸਗੋਂ ਅਸੁਨਤ ਦੇ ਹਾਲ ਵਿੱਚ। ਅਬਰਾਹਮ ਉਸ ਵੇਲੇ ਧਾਰਮੀ ਠਹਿਰਾਇਆ ਗਿਆ ਸੀ ਜਦੋਂ ਉਹਦੀ ਹਲੇ ਸੁਨਤ ਵੀ ਨਹੀਂ ਹੋਈ ਸੀਗੀ। ਤੁਹਾਨੂੰ ਪਤਾ ਹੈ ਜਿਹੜੀ ਵਿਵਸਥਾ ਹੈ ਅਬਰਾਹਮ ਤੋਂ ਕਿੰਨੇ ਸੌ ਸਾਲ ਬਾਅਦ ਦਿੱਤੀ? 430 ਸਾਲ ਬਾਅਦ। ਕਿੰਨੇ ਸਾਲ ਬਾਅਦ? 430 ਸਾਲ। 430 ਸਾਲ ਬਾਅਦ ਇਜ਼ਰਾਈਲੀਆਂ ਨੂੰ ਵਿਵਸਥਾ ਦਿੱਤੀ ਗਈ। ਇਸ ਤੋਂ ਪਹਿਲਾਂ ਹੀ ਅਬਰਾਹਮ ਕੀ ਗਿਣਿਆ ਗਿਆ? ਇਹ ਗੱਲ ਤੁਹਾਨੂੰ ਸਮਝ ਆਉਣੀ ਚਾਹੀਦੀ ਹੈ। 430 ਸਾਲ। ਠੀਕ ਹੈ ਜੀ। ਇੱਥੇ ਅਸੀਂ ਦੇਖਦੇ ਹਾਂ ਅਬਰਾਹਮ ਉਹਨਾਂ ਦਾ ਜਿਹੜਾ ਅਬਰਾਹਮ ਜਿਹੜਾ ਉਹਨਾਂ ਦਾ ਪੁਰਖ ਗੁਜ਼ਰ ਗਿਆ। ਹੁਣ ਪਰਮੇਸ਼ਰ ਨੇ ਆਖਿਆ ਸੀ ਤੇਰੀ ਵੰਸ਼ ਮਿਸਰ 'ਚ ਜਾਏਗੀ ਔਰ 430 ਸਾਲ ਤੱਕ ਕੀ ਰਹੇਗੀ? ਗੁਲਾਮ ਰਹੇਗੀ। 430 ਸਾਲ ਇਹ ਜਿਹੜੇ ਇਜ਼ਰਾਈਲੀ ਲੋਕ ਕਿੱਥੇ ਰਹੇ? ਮਿਸਰ 'ਚ ਰਹੇ। ਉਸ ਤੋਂ ਬਾਅਦ ਕੌਣ ਆਇਆ? ਮੂਸਾ ਆਇਆ। ਕਿੱਥੇ ਇਹਨਾਂ ਨੂੰ ਦਿੱਤੀ ਵਿਵਸਥਾ? ਕਿਹੜੇ ਪਹਾੜ ਤੇ ਦਿੱਤੀ ਵਿਵਸਥਾ? ਹੈ ਹਾਂਜੀ ਬੋਲੋ। ਸਨੇਈ ਕਿ ਸਿਜੋਨ?
ਸਨੇਹ ਉਹੀ ਨੂੰ ਕਹਿ ਦਿੰਦੇ ਸਨੇਹ ਕਿਦਾਂ ਹੁੰਦਾ ਸੱਸਾ ਨਹੀਂ ਹਾਂਜੀ ਇਦਾਂ ਹੀ ਇਹ ਜਿਹੜੀ ਵਿਵਸਥਾ ਕਿਹਨੂੰ ਦਿੱਤੀ ਗਈ ਮੂਸਾ ਨੂੰ ਇਸ ਪਹਾੜ ਦੇ ਉੱਤੇ ਇਸ ਹੈ ਪਹਾੜ ਦੇ ਉੱਤੇ ਦਿੱਤੀ ਗਈ ਜਦੋਂ ਮੂਸਾ 40 ਦਿਨ 40 ਰਾਤਾਂ ਕਿਹਨਾਂ ਰਿਹਾ ਪਰਮੇਸ਼ਰ। ਹੁਣ ਇਹ ਜਿਹੜੀ ਵਿਵਸਥਾ ਆ ਇਹ ਮਨੁੱਖ ਦੇ ਉੱਤੇ ਹੁਕਮ ਲਾਗੂ ਕਰਦੀ ਸੀ ਉਹਨਾਂ ਦੀ ਸੁਨਨਤ ਕਰੋ। ਕੀ ਕਰੋ? ਸੁਨਨਤ ਕਰੋ। ਸੁਨਨਤ ਅਬਰਾਹਮ ਨੇ ਸੁਨਨਤ ਕਰਾਉਣ ਤੋਂ ਪਹਿਲਾਂ ਅਬਰਾਹਮ ਕੀ ਗਿਣਿਆ ਗਿਆ? ਧਾਰਮੀ ਗਿਣਿਆ ਗਿਆ। ਇਹਨੇ ਕੋਈ ਕਰਮ ਕਾਂਡ ਨਹੀਂ ਕੀਤਾ, ਇਹ ਧਾਰਮਿਕ ਠਹਿਰਾਇਆ ਗਿਆ। ਉਸਦੇ ਆਫਟਰ ਸ਼ਰ੍ਹਾ ਦਿੱਤੀ ਗਈ ਔਰ ਸ਼ਰ੍ਹਾ ਜਿਹੜੀ ਹੈ ਇਹ ਕਿਹਨੂੰ ਲੈ ਕੇ ਆਉਂਦੀ ਹੈ? ਕਰਮ ਕੰਮ ਕਰੋ। ਕੀ ਕਰੋ ਜੀ? ਕਰਨੀ ਹੋਇਆ ਕੰਮ ਜਾਂ ਕਰਨੀ ਅਸੀਂ ਇੱਕ ਦੇਖ ਸਕਦੇ ਹਾਂ। ਕੰਮ ਮਤਲਬ ਕਿਦਾਂ? ਪਰਮੇਸ਼ਰ ਦੇ ਵਚਨ ਦੀ ਪਾਲਣਾ। ਹਾਂਜੀ, ਕਰਮ ਮਤਲਬ ਪਰਮੇਸ਼ਰ ਦੇ ਵਚਨ ਦੇ ਉੱਤੇ ਚੱਲਣ ਦੇ ਦੁਆਰਾ। ਹਾਂਜੀ, ਜਾਹੇ ਦੱਸਦੀ ਹੈ ਕਿ ਤੁਸੀਂ ਜਿਹੜੇ ਪਸ਼ੂ ਬਲੀ ਚੜਾਓ ਫਲਾਨਾ ਕੁਝ ਕਰੋ ਤਾਂ ਤੁਹਾਨੂੰ ਕੀ ਮਿਲੇਗੀ, ਲੇਕਿਨ ਵਚਨ ਕਹਿੰਦਾ ਇਹ ਨਹੀਂ ਹੁੰਦੀ ਨਹੀਂ ਵਿਵਸਥਾ ਉਹਨਾਂ 'ਚ ਧਾਰਮਿਕਤਾ। ਇਹ ਸ਼ੁੱਧ ਨਹੀਂ ਕਰਦੀ ਮਨੁੱਖ ਨੂੰ। ਵਿਵਸਥਾ ਤਾਂ ਮਨੁੱਖ ਨੂੰ ਪਾਪ ਦੀ ਕੀ ਕਰਾਉਂਦੀ ਹੈ? ਪਹਿਚਾਣ ਕਰਾਉਂਦੀ ਹੈ। ਵਿਵਸਥਾ ਜਿਹੜੀ ਮੂਸਾ ਦੁਆਰਾ ਦਿੱਤੀ ਸੀ ਉਹ ਇਹ ਦੱਸਦੀ ਸੀ ਚੋਰੀ ਕਰਨਾ ਕੀ ਹੈ ਪਾਪ, ਪਰ ਉਹਦਾ ਇਲਾਜ ਨਹੀਂ ਸੀ। ਵਿਵਸਥਾ ਦਾ ਇਲਾਜ ਨਹੀਂ ਸੀ ਉਹ ਕਰਦੀ। ਉਹ ਇਹ ਤੁਹਾਨੂੰ ਦੱਸਦੀ ਸੀ ਕਿ ਜੇ ਤੁਸੀਂ ਆਪਣੇ ਭਰਾ ਨੂੰ ਮਾਰਿਆ ਤਾਂ ਤੁਸੀਂ ਕੀ ਕੀਤਾ? ਪਾਪ ਕੀਤਾ। ਜੇ ਤੁਸੀਂ ਕਿਸੇ ਦੇ ਬਾਰੇ ਬੁਰਾ ਸੋਚਦੇ ਆ ਤਾਂ ਕੀ ਕੀਤਾ? ਪਾਪ ਕੀਤਾ। ਜੇ ਤੁਸੀਂ ਕਿਸੇ ਦੇ ਉੱਤੇ ਅਤਿਆਚਾਰ ਕਰਦੇ ਆ ਤਾਂ ਉਹ ਪਾਪ ਦੀ ਪਹਿਚਾਣ ਜਿਹੜੀ ਹੈ ਵਿਵਸਥਾ ਦੱਸਦੀ ਸੀ, ਜਿਹੜੀ ਮੂਸਾ ਦੇ ਦੁਆਰਾ ਪਰਮੇਸ਼ਰ ਨੇ ਉਹਨਾਂ ਨੂੰ ਦਿੱਤੀ ਸੀ। ਜਿਹੜੇ 10 ਹੁਕਮ ਸੀ ਔਰ 10 ਹੁਕਮਾਂ ਦੇ ਨਾਲ ਹੋਰ ਵੀ ਜਿਹੜੀਆਂ ਬਹੁਤ ਸਾਰੀਆਂ ਵਿਵਸਥਾਵਾਂ ਇਜ਼ਰਾਈਲੀਆਂ